ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇਤ 'ਤੇ। ਕਿਤਾਬ ਅੰਤਰਝਾਤ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਦਾ ਨਾਮ ਮੁੱਕ ਗਈ ਕੁੱਲ ਪਛਾਣ। ਦੋਸਤੋ ਬਹੁਤ ਸੋਹਣੀਆਂ ਗੱਲਾਂ ਨੇ ਵਿੱਚ, ਸੋ ਸਾਰਾ ਲੇਖ ਜ਼ਰੂਰ ਸੁਣਿਓ। ਮਾਨਵ ਜਾਤੀ ਤੋਂ ਇਲਾਵਾ ਸਮੁੱਚੇ ਜੀਵ ਜੰਤੂ ਜਗਤ ਵਿੱਚ ਮਾਪਿਆਂ ਤੋਂ ਇੱਕ ਵਾਰੀ ਵਿਛੜੀ ਸੰਤਾਨ ਵਾਪਸ ਨਹੀਂ ਪਰਤਦੀ। ਇਹੀ ਕਾਰਨ ਹੈ ਕਿ ਮਨੁੱਖ ਤੋਂ ਇਲਾਵਾ ਕਿਸੇ ਹੋਰ ਨਸਲ ਵਿੱਚ ਬੇਗਾਨਗੀ ਦਾ ਸੰਕਲਪ, ਅਹਿਸਾਸ ਜਾਂ ਭਾਵ ਆਦਿ ਵੀ ਨਹੀਂ ਹੈ। ਬੇਗਾਨਗੀ ਦਾ ਅਹਿਸਾਸ ਕਿਸੇ ਨੂੰ ਆਪਣਾ ਬਣਾਉਣ ਜਾਂ ਸਮਝਣ ਦੀ ਤਾਂਘ ਜਾਂ ਇੱਛਾ ਦੇ ਅਸਫਲ ਜਾਂ ਝੂਠੀ ਸਾਬਤ ਹੋ ਜਾਣ ਨਾਲ ਜਾਗਦਾ ਹੈ। ਬੇਗਾਨਗੀ ਦਾ ਅਹਿਸਾਸ ਕਿਸੇ ਇੱਕ ਇਲਾਕੇ, ਸਮੇਂ, ਧਰਮ, ਜਾਤ, ਗੋਤ ਦਾ ਨਹੀਂ, ਸਗੋਂ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਅਤੇ ਸੰਘਣਾ ਅਹਿਸਾਸ ਹੈ। ਕੁਝ ਖੋਹੇ ਜਾਣ ਦਾ ਭੈ, ਕੁਝ ਗਵਾਚ ਜਾਣ ਦਾ ਡਰ, ਕਿਸੇ ਦੇ ਵਿਛੜ ਜਾਣ ਦਾ ਦੁੱਖ, ਕਿਸੇ ਦੇ ਪਰਾਏ ਹੋ ਜਾਣ ਦੀ ਚਿੰਤਾ, ਆਪਣੇ ਨਾ ਰਹਿਣ ਦਾ ਸੰਤਾਪ, ਜਾਇਦਾਦ, ਅਧਿਕਾਰ, ਪਦਵੀ ਆਦਿ ਤੋਂ ਵਿਛੁੰਨੇ ਜਾਣ ਦਾ ਸੰਸਾ ਆਦਿ ਮਨੁੱਖ ਨੂੰ ਉਦਾਸ ਅਤੇ ਉਪਰਾਮ ਕਰਦੇ ਹਨ। ਇਹ ਉਪਰਾਮਤਾ ਮਨੁੱਖ ਨੂੰ ਮੇਲੇ ਵਿੱਚ ਵੀ ਇਕੱਲਾ ਕਰ ਦਿੰਦੀ ਹੈ। ਜਦੋਂ ਅਜਿਹੀ ਉਦਾਸੀ ਜਾਂ ਉਪਰਾਮਤਾ ਜਾਗ ਪਵੇ ਤਾਂ ਮਨੁੱਖ ਵਿੱਚ ਬੇਗਾਨਗੀ, ਵਿਜੋਗੇਪਣ, ਅਜਨਬੀਪਣ, ਓਪਰੇਪਣ ਆਦਿ ਕਾਰਨ ਉਸ ਦਾ ਮਨ ਪਰਦੇਸੀ ਹੋ ਨਿਬੜਦਾ ਹੈ। ਅਜਿਹੀ ਸਥਿਤੀ ਵਿੱਚ ਤੀਆਂ ਵਿੱਚੋਂ ਵੀ ਕੁਰਲਾਹਟ ਸੁਣਾਈ ਦਿੰਦੀ ਹੈ। ਯਾਤਰਾ ਤੋਂ ਮੁੜਨ 'ਤੇ ਆਪਣੇ ਘਰ 'ਤੇ ਕਿਸੇ ਹੋਰ ਨੂੰ ਕਾਬਜ਼ ਹੋਇਆ ਵੇਖਣਾ, ਆਪਣੀ ਮੰਗੇਤਰ ਦੇ ਕਿਸੇ ਹੋਰ ਨਾਲ ਵਿਆਹ ਹੋਣ ਬਾਰੇ ਸੁਣਨਾ, ਆਪਣੇ ਪਤੀ ਦੇ ਕਿਸੇ ਹੋਰ ਇਸਤਰੀ ਨਾਲ ਸੰਬੰਧਾਂ ਬਾਰੇ ਜਾਣਨਾ, ਕਿਸੇ ਦੀ ਵਫਾਦਾਰੀ ਦੇ ਝੂਠੇ ਹੋਣ ਬਾਰੇ ਜਾਣਨ ਨਾਲ ਮਨੁੱਖ ਵਿੱਚ ਗੁੱਸੇ, ਨਫ਼ਰਤ ਅਤੇ ਇਕੱਲਤਾ ਦੇ ਭਾਵ ਤਾਂ ਜਾਗਦੇ ਹੀ ਹਨ, ਆਪਣੇ ਜੜੋਂ ਪੁੱਟੇ ਜਾਣ ਵਾਲੇ ਅਹਿਸਾਸ ਵੀ ਉਪਜਦੇ ਹਨ। ਬੇਗਾਨਗੀ ਦਾ ਅਹਿਸਾਸ ਉਪਰਾਮਤਾ ਕਾਰਨ ਅਕਸਰ ਮਨੁੱਖ ਨੂੰ ਢੇਰ ਚਿਰ ਪਹਿਲਾਂ ਹੀ ਬੁੱਢਾ ਕਰ ਦਿੰਦਾ ਹੈ। ਬੇਗਾਨਗੀ ਦਾ ਅਹਿਸਾਸ ਉਹੀ ਸਿਰਜਦੇ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹੁੰਦੇ ਹਾਂ ਅਤੇ ਜਿਨ੍ਹਾਂ ਦੇ ਵਿਕਾਸ ਵਿੱਚ ਅਸੀਂ ਆਪਣਾ ਸਮਾਂ, ਧਨ, ਸਭ ਪ੍ਰਕਾਰ ਦੇ ਵਸੀਲੇ, ਯਤਨ ਅਤੇ ਮਿਹਨਤ ਲਾਈ ਹੁੰਦੀ ਹੈ। ਉਂਝ ਤਾਂ ਪਵਿੱਤਰ ਪ੍ਰੇਮ ਤੋਂ ਹੀ ਸੰਸਾਰ ਪ੍ਰੇਮ ਦੀ ਜਾਗ ਲੱਗਦੀ ਹੈ, ਪਰ ਜਦੋਂ ਪਿਆਰ ਦੇ ਸਹਿਜ ਸੁਭਾਵਿਕ ਰਿਸ਼ਤੇ ਜ਼ੋਰ ਜ਼ਬਰਦਸਤੀ ਦੇ ਰਿਸ਼ਤੇ ਬਣ ਜਾਣ ਤਾਂ ਸਾਡੇ ਵਿੱਚੋਂ ਆਪਣੇ ਸਬੂਤੇ ਅਤੇ ਭਰੇ ਹੋਏ ਹੋਣ ਦਾ ਅਹਿਸਾਸ ਲੋਪ ਹੋ ਜਾਂਦਾ ਹੈ ਅਤੇ ਜਿਉਣ ਦੀ ਇੱਛਾ ਫਿੱਕੀ ਪੈਣ ਲੱਗ ਜਾਂਦੀ ਹੈ। ਘਰ ਉਸ ਥਾਂ ਨੂੰ ਨਹੀਂ ਕਹਿੰਦੇ ਜਿੱਥੇ ਅਸੀਂ ਖਾਂਦੇ ਪੀਂਦੇ ਜਾਗਦੇ ਹਾਂ, ਸਗੋਂ ਘਰ ਉਹ ਥਾਂ ਹੁੰਦੀ ਹੈ ਜਿੱਥੇ ਸਾਨੂੰ ਉਵੇਂ ਸਮਝਿਆ ਜਾਂਦਾ ਹੈ ਜਿਵੇਂ ਅਸੀਂ ਸਮਝੇ ਜਾਣਾ ਚਾਹੁੰਦੇ ਹੁੰਦੇ ਹਾਂ, ਅਰਥਾਤ ਜਿੱਥੇ ਸਾਡੀ ਕਦਰ ਹੁੰਦੀ ਹੈ ਅਤੇ ਜਿੱਥੇ ਸਾਡੇ ਅਪਮਾਨ ਹੋਣ ਦਾ ਕੋਈ ਡਰ ਨਹੀਂ ਹੁੰਦਾ। ਪਰ ਜਦੋਂ ਬੇਗਾਨਾਪਣ ਜਾਂ ਓਪਰਾਪਣ ਘਰ ਅੰਦਰ ਵੀ ਦਾਖਲ ਹੋ ਜਾਵੇ ਤਾਂ ਘਰ ਇੱਕ ਕਚਹਿਰੀ ਵਾਂਗ ਹੋ ਨਿਪਟਦਾ ਹੈ ਜਿੱਥੇ ਸਾਡੀ ਪੇਸ਼ੀ ਪੈਂਦੀ ਹੈ ਅਤੇ ਦੂਜੇ ਸਾਰੇ ਸਾਡੀਆਂ ਵਿਰੋਧੀ ਗਵਾਹੀਆਂ ਹੋ ਨਿਬੜਦੇ ਹਨ। ਇਵੇਂ ਅਸੀਂ ਆਪਣੇ ਹੀ ਘਰ ਵਿੱਚ ਘਿਰ ਗਏ ਮਹਿਸੂਸ ਕਰਦੇ ਹਾਂ। ਕਈ ਵਾਰੀ ਅਚਾਨਕ ਹੀ ਜੀਵਨ ਦੇ ਉਤਰਾਅ ਚੜ੍ਹਾਅ ਕਈ ਵਾਰ ਸਾਨੂੰ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣਾ ਦਿੰਦੇ ਹਨ। ਅਨੇਕ ਵਾਰ ਅਸੀਂ ਪਿਆਰ, ਸਨੇਹ ਅਤੇ ਸਤਿਕਾਰ ਲਈ ਤਾਂਘਦੇ ਦੂਜਿਆਂ ਦੀ ਨਫ਼ਰਤ ਦਾ ਨਿਸ਼ਾਨਾ ਹੋ ਨਿਬੜਦੇ ਹਾਂ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਵਧੇਰੇ ਹੁੰਦੀ ਹੈ ਕਿਉਂਕਿ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ ਅਤੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਉਚੇਰਾ ਸਾਬਤ ਕਰਨ ਲਈ ਉਹਨਾਂ ਕੋਲ ਨਫ਼ਰਤ ਤੋਂ ਸਿਵਾਏ ਹੋਰ ਕੋਈ ਢੰਗ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਹਨ ਕਿ ਪਿੰਡ ਦਾ ਕੋਈ ਬੰਦਾ ਪਿੰਡ ਵਿੱਚ ਛੁਪ ਨਹੀਂ ਸਕਦਾ ਕਿਉਂਕਿ ਉਸ ਨੂੰ ਨਫ਼ਰਤ ਕਰਨ ਵਾਲਾ ਉਸ ਨੂੰ ਵੇਖ ਰਿਹਾ ਹੁੰਦਾ ਹੈ। ਸ਼ਹਿਰਾਂ ਵਿੱਚ ਨਫ਼ਰਤ ਦੀ ਥਾਂ ਸਾੜਾ ਪ੍ਰਧਾਨ ਹੁੰਦਾ ਹੈ। ਜਦੋਂ ਸਾਡੇ ਨਾਲ ਕੁਝ ਅਣਸੁਖਾਵਾਂ ਜਾਂ ਸੁਖਾਵਾਂ ਵਾਪਰਦਾ ਹੈ ਤਾਂ ਸਾਡੇ ਜਾਣੂਆਂ ਦੀ ਦਿਲਚਸਪੀ ਸਾਡੇ ਵਿੱਚ ਇੱਕਦਮ ਵੱਧ ਜਾਂਦੀ ਹੈ। ਉਹ ਦਿੰਦੇ ਤਾਂ ਵਧਾਈ ਹਨ ਪਰ ਦਿਲ ਉਹਨਾਂ ਦਾ ਸਾਨੂੰ ਡੇਗ ਕੇ ਅੱਗੇ ਲੰਘ ਜਾਣ ਦਾ ਕਰ ਰਿਹਾ ਹੁੰਦਾ ਹੈ। ਉਹ ਦੁਰਘਟਨਾ ਦੀ ਸੂਰਤ ਵਿੱਚ ਜਤਲਾਉਂਦੇ ਤਾਂ ਹਮਦਰਦੀ ਹੀ ਹਨ ਪਰ ਅੰਦਰੋਂ ਉਹਨਾਂ ਨੂੰ ਅਪਾਰ ਪ੍ਰਸੰਨਤਾ ਅਨੁਭਵ ਹੋ ਰਹੀ ਹੁੰਦੀ ਹੈ। ਅਜਿਹੇ ਵਾਤਾਵਰਣ ਵਿੱਚ ਸਾਡੀ ਉਪਰਾਮਤਾ ਹੋਰ ਸੰਘਣੀ ਹੋ ਜਾਂਦੀ ਹੈ। ਜਦੋਂ ਤੁਸੀਂ ਕਦੇ ਨਵਾਂ ਮਕਾਨ ਪਾਓਗੇ ਤਾਂ ਤੁਹਾਡੇ ਰਿਸ਼ਤੇਦਾਰ ਜਾਂ ਜਾਣੂ ਤੁਹਾਡੀ ਪ੍ਰਾਪਤੀ ਤੇ ਸਾੜੇ ਭਰੀ ਪ੍ਰਸੰਨਤਾ ਪ੍ਰਗਟਾਉਣਗੇ। ਤੁਸੀਂ ਪਤੰਗ ਉਡਾਓ, ਕਾਢੀ ਮਾਰਾਂ ਦੀ ਭੀੜ ਆਪੇ ਉਮੜ ਆਵੇਗੀ। ਦੁਸ਼ਮਣਾਂ ਨਾਲ ਲੜਨ ਦੇ ਮੁਕਾਬਲੇ ਆਪਣੇ ਘਰ ਦੇ ਜੀਆਂ, ਰਿਸ਼ਤੇਦਾਰਾਂ, ਜਾਣੂਆਂ ਅਤੇ ਸਹਿਕਰਮੀਆਂ ਨਾਲ ਲੜਨਾ ਵਧੇਰੇ ਮਹਿੰਗਾ ਅਤੇ ਦੁਖਦਾਈ ਹੁੰਦਾ ਹੈ। ਇਹ ਇੱਕ ਅਜਿਹੀ ਲੜਾਈ ਹੁੰਦੀ ਹੈ ਜਿਸ ਵਿੱਚ ਨਾ ਤੁਸੀਂ ਜਿੱਤ ਸਕਦੇ ਹੋ ਤੇ ਨਾ ਤੁਹਾਨੂੰ ਦੂਜੇ ਹਾਰਨ ਦਿੰਦੇ ਹਨ। ਬਾਈਬਲ ਵਾਂਗ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਆਪਣੇ ਦੁਸ਼ਮਣ ਨੂੰ ਵੀ ਪਿਆਰ ਕਰੋ।
ਪਰ ਜਿਸ ਯੁੱਗ ਵਿੱਚ ਇਹ ਗ੍ਰੰਥ ਲਿਖੇ ਗਏ ਸਨ ਉਸ ਯੁੱਗ ਵਿੱਚ ਦੁਸ਼ਮਣ ਦੀ ਪਛਾਣ ਕਰਨੀ ਸੌਖੀ ਸੀ, ਜਦੋਂ ਕਿ ਅਜੋਕੇ ਯੁੱਗ ਵਿੱਚ ਤਾਂ ਲੋਕ ਕਹਿੰਦੇ ਸੁਣੇ ਗਏ ਹਨ, ਮੈਂ ਤੁਹਾਡੀ ਦੋਸਤੀ ਤੋਂ ਅੱਕ ਗਿਆ ਹਾਂ, ਦੋਸਤੀ ਦਾ ਵਾਸਤਾ ਜੇ ਕੁਝ ਚਿਰ ਲਈ ਤੁਸੀਂ ਮੇਰੇ ਦੁਸ਼ਮਣ ਬਣ ਜਾਵੋ। ਸ਼ਾਹਜਹਾਨ ਵਾਂਗ ਵਿਅਕਤੀ ਨੇ ਪੁੱਤਰ ਤਾਂ ਕਈ ਪੈਦਾ ਕੀਤੇ ਹੁੰਦੇ ਹਨ, ਪਰ ਵਾਰਸ ਬਣਨ ਦੀ ਕਿਸੇ ਵਿੱਚ ਵੀ ਯੋਗਤਾ ਨਹੀਂ ਹੁੰਦੀ। ਇਸੇ ਕਰਕੇ ਪਿਓ ਨੂੰ ਪੁੱਤਰ ਦੀ ਕੈਦ ਭੁਗਤਣੀ ਪੈ ਰਹੀ ਹੈ। ਇਹੀ ਬੇਗਾਨਾਪਣ ਹੈ। ਪਹਿਲਾਂ ਲੋਕ ਵਿਦੇਸ਼ ਜਾਂਦੇ ਸਨ ਤਾਂ ਕਿ ਉੱਚੀ ਵਿੱਦਿਆ ਪ੍ਰਾਪਤ ਕਰਕੇ ਵਾਪਸ ਆ ਕੇ ਦੇਸ਼ ਦੀ ਸਮਾਜ ਦੀ ਸੇਵਾ ਕਰ ਸਕਣ, ਪਰ ਅੱਜ ਕੱਲ੍ਹ ਵਿਦੇਸ਼ ਜਾਣਾ ਆਪਣਾ ਦੇਸ਼ ਛੱਡਣ ਅਤੇ ਛੱਡ ਕੇ ਉਸ ਨੂੰ ਭੰਡਣ ਦਾ ਇੱਕ ਵਸੀਲਾ ਹੈ। ਜਿਉਂ-ਜਿਉਂ ਜੀਵਨ ਵਿੱਚ ਉਪਰਾਮਤਾ ਵਧੇਗੀ ਤਿਉਂ-ਤਿਉਂ ਸਾਰੇ ਰਿਸ਼ਤੇ ਬੋਝਲ ਹੁੰਦੇ ਜਾਣਗੇ ਅਤੇ ਮਜਬੂਰੀਆਂ ਵਿੱਚ ਵਾਧਾ ਹੋਵੇਗਾ ਅਤੇ ਉਪਰਾਮਤਾ ਹੋਰ ਵਧੇਗੀ। ਕੋਈ ਸਮਾਂ ਸੀ ਜਦੋਂ ਮਾਲਕ ਮਕਾਨ ਜੀਵਨ ਵਿੱਚ ਕਿਰਾਏਦਾਰ ਨਾਲੋਂ ਆਪਣੇ ਆਪ ਨੂੰ ਵਧੇਰੇ ਸਫਲ ਸਮਝਦਾ ਸੀ, ਪਰ ਹੁਣ ਕਿਰਾਏਦਾਰ ਦੇ ਜਾਗਣ ਤੋਂ ਪਹਿਲਾਂ ਹੀ ਮਕਾਨ ਮਾਲਕ ਉਸ ਨੂੰ ਆਖਦਾ ਹੈ 500 ਰੁਪਇਆ ਦੇਣਾ, ਕਿਰਾਏ ਵਿੱਚੋਂ ਕੱਟ ਲੈਣਾ। ਅਜੋਕੇ ਯੁੱਗ ਵਿੱਚ ਲਗਭਗ ਸਾਡੇ ਸਾਰੇ ਸਮਾਜਿਕ ਅਤੇ ਪਰਿਵਾਰਿਕ ਰਿਸ਼ਤੇ ਮਾਲਕ ਮਕਾਨ ਅਤੇ ਕਿਰਾਏਦਾਰ ਵਾਲੇ ਹੁੰਦੇ ਜਾ ਰਹੇ ਹਨ। ਨਿੰਦਾ ਅਤੇ ਅਪਰਵਾਨਗੀ ਕੁੜੱਤਣ ਦੇ ਪ੍ਰਮੁੱਖ ਸਰੋਤ ਹੁੰਦੇ ਹਨ। ਜਿਵੇਂ ਇੱਲ ਉੱਡਦੀ ਬਹੁਤ ਉੱਚੀ ਹੈ ਪਰ ਉਸ ਦੀ ਨਜ਼ਰ ਮਰੇ ਹੋਏ ਚੂਹੇ ਉੱਤੇ ਹੀ ਪੈਂਦੀ ਹੈ, ਇਵੇਂ ਹੀ ਅਜੋਕੇ ਯੁੱਗ ਵਿੱਚ ਉੱਚੀਆਂ ਪਦਵੀਆਂ ਆਪ ਉੱਚੇ ਉਭਰਨ ਲਈ ਨਹੀਂ, ਦੂਜਿਆਂ ਨੂੰ ਨੀਵਾਂ ਵਿਖਾਉਣ ਲਈ ਵਰਤੀਆਂ ਜਾ ਰਹੀਆਂ ਹਨ। ਹਰ ਹੀਲੇ ਦੂਜਿਆਂ ਨਾਲੋਂ ਨਿਵੇਕਲਾ ਅਤੇ ਵਿਸ਼ੇਸ਼ ਪ੍ਰਤੀਤ ਹੋਣ ਦੀ ਲਾਲਸਾ ਅਧੀਨ ਕਿਸੇ ਹੰਢਣਸਾਰ ਸਾਂਝ ਦੀ ਸੰਭਾਵਨਾ ਨਹੀਂ ਰਹੀ। ਨਿੱਘ ਵਾਲੇ ਰਿਸ਼ਤੇ ਵੀ ਹੁਣ ਕੋਈ ਤਸੱਲੀ ਨਹੀਂ ਦਿੰਦੇ। ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ ਉਹੀ ਸਾਡੇ ਉੱਪਰੋਂ ਲੰਘਣਾ ਚਾਹੁੰਦੇ ਹਨ। ਹਰ ਕੋਈ ਸੋਚ ਰਿਹਾ ਹੈ ਕਿ ਜੇ ਦੂਜਾ ਉਮੀਦਵਾਰ ਨਾ ਹੁੰਦਾ ਤਾਂ ਮੈਂ ਨਿਯੁਕਤ ਹੋ ਜਾਣਾ ਸੀ, ਜੇ ਉਹ ਨਾ ਹੁੰਦਾ ਤਾਂ ਮੈਂ ਕਿਧਰੇ ਦਾ ਕਿਧਰੇ ਪਹੁੰਚ ਜਾਣਾ ਸੀ। ਮਾਨਵ ਜਾਤੀ ਦੇ ਅਵਚੇਤਨ ਵਿੱਚ ਅਪਰਾਧ ਅਤੇ ਬੇਗਾਨਗੀ ਦੀਆਂ ਭਾਵਨਾਵਾਂ ਦਾ ਸੰਘਣਾ ਵਾਸਾ ਹੈ। ਮਨੁੱਖ ਵੱਲੋਂ ਵਰਜਿਤ ਫਲ ਖਾਣਾ, ਪਾਪਾਂ ਦੇ ਕਾਰਨ ਆਤਮਾ ਦਾ ਪਰਮਾਤਮਾ ਤੋਂ ਨਿਖੜਨਾ, ਸਰੀਰ ਨੂੰ ਆਤਮਾ ਤੋਂ, ਇਸਤਰੀ ਨੂੰ ਪੁਰਸ਼ ਤੋਂ, ਮਨੁੱਖ ਨੂੰ ਕੁਦਰਤ ਤੋਂ ਵੱਖ ਕਰਕੇ ਵੇਖਣਾ ਆਦਿ ਬੇਗਾਨਗੀ ਦਾ ਅਹਿਸਾਸ ਜਗਾਉਣ ਵਾਲੇ ਵਰਤਾਰੇ ਹਨ। ਹਰ ਧਰਮ ਨੇ ਬੇਗਾਨਗੀ ਦੇ ਅਹਿਸਾਸ ਨੂੰ ਮਨੁੱਖੀ ਚੇਤਨਾ ਵਿੱਚ ਡੂੰਘਾ ਕੀਤਾ ਹੈ। ਜਨਮ ਸਮੇਂ ਬੱਚੇ ਦਾ ਮਾਂ ਦੇ ਗਰਭ ਵਿੱਚੋਂ ਬਾਹਰ ਆਉਣਾ ਦੋਹਾਂ ਲਈ ਇੱਕ ਬੜਾ ਦੁਖਦਾਈ ਅਤੇ ਚਿਰਸਥਾਈ ਪ੍ਰਭਾਵ ਵਾਲਾ ਅਨੁਭਵ ਹੁੰਦਾ ਹੈ। ਜਨਮ ਲੈਣ ਉਪਰੰਤ ਬੱਚੇ ਦਾ ਮਾਂ ਦੇ ਦੁੱਧ ਨਾਲੋਂ ਵਿਛੋੜੇ ਜਾਣਾ ਉਸ ਦੀ ਉਪਰਾਮਤਾ ਅਤੇ ਭਟਕਣ ਵਿੱਚ ਵਾਧਾ ਕਰਦਾ ਹੈ। ਪਰਿਵਾਰ ਵਿੱਚ ਦੂਜੇ ਬੱਚੇ ਦੀ ਆਮਦ ਪਹਿਲੇ ਬੱਚੇ ਵਿੱਚ ਸਾੜੇ ਅਤੇ ਈਰਖਾ ਦੇ ਭਾਵ ਜਗਾਉਂਦੀ ਹੈ। ਇਹ ਸਾੜਾ ਅਤੇ ਈਰਖਾ ਉਸ ਦੇ ਸੁਭਾਅ ਵਿੱਚ ਸਦੀਵੀ ਤਬਦੀਲੀ ਲਿਆਉਂਦੇ ਹਨ ਅਤੇ ਉਸ ਵਿੱਚ ਬੇਭਰੋਸਗੀ ਦਾ ਅਹਿਸਾਸ ਸਿਰਜਦੇ ਹਨ। ਮਨੁੱਖੀ ਕਿਰਤ ਨੇ ਸਮਾਜ ਦੀ ਉਸਾਰੀ ਕੀਤੀ ਹੈ। ਜਦੋਂ ਕਿਰਤ ਸਾਦੀ ਸੀ, ਰਿਸ਼ਤੇ ਸਰਲ ਅਤੇ ਸਿੱਧੇ ਸਨ, ਵੰਡ ਸਾਮੀ ਸੀ, ਉਦੋਂ ਸਬੰਧ ਬੇਗਾਨਗੀ ਵਾਲੇ ਨਹੀਂ ਸਨ। ਪਰ ਅਜੋਕੇ ਯੁੱਗ ਵਿੱਚ ਕਿਰਤੀ ਨੂੰ ਉਸ ਦੀ ਕਿਰਤ ਦੇ ਫਲ ਨਾਲੋਂ ਵਿਛੋੜ ਦਿੱਤੇ ਜਾਣ ਕਾਰਨ ਕਿਰਤੀ ਦਾ ਆਪਣੀ ਕਿਰਤ ਨਾਲ ਸਬੰਧ ਨਫ਼ਰਤ ਵਾਲਾ ਹੋ ਗਿਆ ਹੈ। ਉਸ ਨੂੰ ਆਪਣੀ ਕਿਰਤ ਵਿੱਚੋਂ ਤਸੱਲੀ ਨਹੀਂ ਮਿਲਦੀ, ਥਕਾਵਟ ਅਤੇ ਉਪਰਾਮਤਾ ਹੀ ਮਿਲਦੀ ਹੈ। ਨਿੱਜੀ ਮੁਨਾਫੇ ਅਤੇ ਕੰਮ ਦੀ ਵੰਡ ਨੇ ਸਾਂਝੀ ਕਿਰਤ ਦਾ ਸੰਕਲਪ ਵਿਗਾੜ ਦਿੱਤਾ ਹੈ। ਜਿਉਂ-ਜਿਉਂ ਮਨੁੱਖ ਵਿੱਚ ਲੋੜਾਂ ਵੱਧਦੀਆਂ ਗਈਆਂ ਹਨ ਤਿਉਂ-ਤਿਉਂ ਉਹ ਸਮਾਜਿਕ ਬੰਧਨਾਂ ਨੂੰ ਸਵੀਕਾਰ ਕਰਦਾ ਗਿਆ ਹੈ। ਲੋੜਾਂ ਅਤੇ ਇੱਛਾਵਾਂ ਨੇ ਹੀ ਮਨੁੱਖ ਨੂੰ ਸਮਾਜ ਦਾ ਗੁਲਾਮ ਬਣਾਇਆ ਹੈ। ਸਮਾਜ ਦਾ ਵਿਰੋਧ ਕਰਨ ਵਾਲੇ ਕਵੀ ਜਾਂ ਲੇਖਕ ਵੀ ਅਸਲ ਵਿੱਚ ਵਧੇਰੇ ਲੋੜਾਂ ਤੇ ਇੱਛਾਵਾਂ ਦੀ ਪੂਰਤੀ ਲਈ ਤਾਂਘਵਾਨ ਹੁੰਦੇ ਹਨ। ਨਿੱਜੀ ਮੁਨਾਫੇ ਨੇ ਨਿੱਜੀ ਕਿਰਤ ਅਤੇ ਨਿੱਜੀ ਜਾਇਦਾਦ ਦੇ ਸੰਕਲਪ ਉਸਾਰ ਕੇ ਗੁਲਾਮਦਾਰੀ ਦਾ ਯੁੱਗ ਅਤੇ ਜਮਾਤੀ ਵੰਡਾਂ ਦਾ ਦੌਰਾ ਆਰੰਭ ਕੀਤਾ ਹੈ। ਇੱਛਾਵਾਂ ਅਤੇ ਪ੍ਰਾਪਤੀਆਂ ਵਿਚਲੇ ਨਿਤ ਦਿਨ ਵੱਧਦੇ ਪਾੜੇ ਨੇ ਮਨੁੱਖ ਨੂੰ ਉਪਰਾਮ, ਉਦਾਸ ਅਤੇ ਮਾਯੂਸ ਕੀਤਾ ਹੈ। ਪਾਪ ਅਤੇ ਪੁੰਨ ਵਿਚਕਾਰ ਵੰਡਿਆ ਅਜੋਕਾ ਮਨੁੱਖ ਹੋਰਾਂ ਤੋਂ ਚਾਹੁੰਦਾ ਤਾਂ ਪੁੰਨ ਹੈ ਪਰ ਆਪ ਪਾਪ ਕਰ ਰਿਹਾ ਹੁੰਦਾ ਹੈ। ਇਸੇ ਕਰਕੇ ਉਸ ਦੀਆਂ ਬੌਧਿਕ ਅਤੇ ਨੈਤਿਕ ਸ਼ਕਤੀਆਂ ਖੀਣ ਹੋ ਰਹੀਆਂ ਹਨ। ਉਹ ਸਿਰ ਭਾਰ ਖਲੋ ਕੇ ਸ਼ਿਕਾਇਤ ਕਰ ਰਿਹਾ ਹੈ ਕਿ ਸਭ ਕੁਝ ਉਲਟ ਗਿਆ ਹੈ। ਇਨਾਮਾਂ ਸਨਮਾਨਾਂ ਦੀ ਰਾਜਨੀਤੀ ਨੇ ਕਲਾ ਅਤੇ ਸਾਹਿਤ ਜਿਹੇ ਖੇਤਰਾਂ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਹੈ। ਪਰਮਾਤਮਾ ਅਤੇ ਸਵਰਗ ਤੋਂ ਵਿਛੜੇ ਹੋਣ ਦਾ ਅਹਿਸਾਸ ਮੱਧ ਕਾਲ ਵਿੱਚ ਮਨੁੱਖ ਨੂੰ ਗਿਆਨ, ਕਰਮ ਅਤੇ ਭਗਤੀ ਰਾਹੀਂ ਵਾਪਸ ਮੁੜਨ ਅਤੇ ਮੁੜ ਸਵੀਕਾਰੇ ਜਾਣ ਦੀ ਧਰਵਾਸ ਦਿੰਦਾ ਸੀ। ਪਰ ਅਜੋਕੇ ਮਨੁੱਖ ਨੂੰ ਇਹ ਯਕੀਨ ਹੀ ਨਹੀਂ ਕਿ ਰੱਬ ਬੋੜੇਗਾ, ਸਗੋਂ ਉਸ ਨੂੰ ਰੱਬ ਦੀ ਹੋਂਦ ਵੀ ਛਲਾਵਾ ਪ੍ਰਤੀਤ ਹੋਣ ਲੱਗ ਪਈ ਹੈ। ਜਦੋਂ ਕਿਸੇ ਇਨਸਾਨ ਦੀ ਫਸਲ ਤੇ ਗੜੇ ਪੈ ਰਹੇ ਹੋਣ ਜਾਂ ਹੜ੍ਹ ਆਇਆ ਹੋਵੇ ਉਸ ਸਮੇਂ ਭਾਣਾ ਮੰਨਣਾ ਸੌਖਾ ਨਹੀਂ ਹੁੰਦਾ।
ਕੁਦਰਤ ਤੋਂ ਦੂਰ ਜਾ ਚੁੱਕੇ ਮਨੁੱਖ ਦੀ ਮਜਬੂਰੀ ਹੈ ਕਿ ਉਹ ਸਮਾਜ ਵਿੱਚ ਰਹੇ, ਪਰ ਜਿਉਂ-ਜਿਉਂ ਉਸ ਦੀ ਸਮਾਜ ਉੱਤੇ ਨਿਰਭਰਤਾ ਵੱਧ ਰਹੀ ਹੈ ਤਿਉਂ-ਤਿਉਂ ਉਸ ਨੂੰ ਜੀਵਨ ਵਿੱਚੋਂ ਮਿਲਣ ਵਾਲੀ ਤਸੱਲੀ ਘਟਦੀ ਜਾ ਰਹੀ ਹੈ। ਆਪਣੀਆਂ ਲੋੜਾਂ ਇੱਛਾਵਾਂ ਦੀ ਪੂਰਤੀ ਲਈ ਦੂਜਿਆਂ ਦੇ ਹੱਕਾਂ 'ਤੇ ਛਾਪਾ, ਦੂਜਿਆਂ ਤੋਂ ਅੱਗੇ ਲੰਘ ਜਾਣ ਦੇ ਉਦੇਸ਼ ਨਾਲ ਪੜ੍ਹਾਈ, ਵਪਾਰ, ਅਹੁਦੇ, ਜਾਇਦਾਦ, ਖੇਡਾਂ ਆਦਿ ਦੇ ਖੇਤਰਾਂ ਵਿੱਚ ਮਨੁੱਖ ਨੇ ਦੂਜਿਆਂ ਨਾਲ ਵਿਰੋਧ ਵਾਲੇ ਰਿਸ਼ਤੇ ਉਸਾਰ ਲਏ ਹਨ ਅਤੇ ਨਿਰੰਤਰ ਮੁਕਾਬਲੇ ਵਾਲੀ ਸਥਿਤੀ ਵਿੱਚ ਜਿਉਂਦੇ ਰਹਿਣਾ ਦੁਖਦਾਈ ਹੁੰਦਾ ਜਾ ਰਿਹਾ ਹੈ। ਇੱਛਾ ਅਤੇ ਪ੍ਰਾਪਤੀ ਵਿਚਕਾਰ ਵਿੱਥ ਵੱਧ ਜਾਣ ਕਾਰਨ ਜਿਹੜੇ ਜੀਵਨ ਦੀ ਦੌੜ ਵਿੱਚ ਸਫਲ ਵੀ ਨਹੀਂ ਹੋ ਰਹੇ ਹਨ, ਉਹ ਵੀ ਉਪਰਾਮ ਹਨ। ਕੀਮਤਾਂ ਵਿੱਚ ਵਾਧਾ ਅਤੇ ਚਮਕਦਾਰ ਚੀਜ਼ਾਂ ਦਾ ਹੜ੍ਹ ਸਭ ਪ੍ਰਕਾਰ ਦੇ ਰਿਸ਼ਤਿਆਂ ਅਤੇ ਸਬੰਧਾਂ ਨੂੰ ਰੁੱਖਾ ਅਤੇ ਠੰਡਾ ਕਰ ਰਿਹਾ ਹੈ। ਮਨੁੱਖ ਅਤੇ ਸਮਾਜ ਇੱਕ ਦੂਜੇ ਨੂੰ ਕੱਟ ਰਹੇ ਹਨ। ਮਨੁੱਖ ਦੀ ਸੋਚ ਅਤੇ ਬਾਹਰਲੀ ਸਥਿਤੀ ਵਿੱਚ ਵਿਰੋਧ ਹੈ, ਸੋ ਵਿਗਿਆਨਕੀ ਨੇ ਹਰ ਹਾਲਤ ਵਿੱਚ ਵਾਪਰਨਾ ਹੈ। ਪਿਆਰ ਦੇ ਖੇਤਰ ਵਿੱਚ ਜਿਸ ਦੇ ਸਾਥ ਲਈ ਪਹਿਲਾਂ ਵਿਅਕਤੀ ਤੜਪਦਾ ਹੈ, ਫਿਰ ਉਸ ਤੋਂ ਛੁਟਕਾਰੇ ਪ੍ਰਾਪਤ ਕਰਨ ਲਈ ਲੋਚਦਾ ਹੈ। ਜਿਵੇਂ ਗੱਡੀਆਂ ਨੇ ਯਾਤਰਾ ਦਾ ਮੁਹਾਂਦਰਾ ਬਦਲ ਦਿੱਤਾ ਹੈ, ਉਵੇਂ ਹੀ ਕਾਹਲ ਨੇ ਪਿਆਰ ਦੀ ਤਸਵੀਰ ਬਦਲ ਦਿੱਤੀ ਹੈ। ਹੁਣ ਰਿਸ਼ਤੇ ਜਿਸ ਰਫ਼ਤਾਰ ਨਾਲ ਉਤਰਦੇ ਹਨ, ਉਸ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਟੁੱਟਦੇ ਹਨ। ਹੁਣ ਵਿਆਹ ਦੇ ਮੁਕਾਬਲੇ ਤਲਾਕ ਲੈਣ ਲਈ ਵਧੇਰੇ ਉਤਸ਼ਾਹ ਵਿਖਾਇਆ ਜਾਂਦਾ ਹੈ। ਹੁਣ ਮਾਪਿਆਂ ਵਿੱਚ ਹਿੰਮਤ ਨਹੀਂ ਕਿ ਵਿਆਹ ਉਪਰੰਤ ਆਪਣੇ ਪੁੱਤਰ ਨਾਲ ਰਹਿ ਸਕਣ, ਜਦੋਂ ਕਿ ਸੰਤਾਨ ਕੋਲ ਸਮਰੱਥਾ ਨਹੀਂ ਕਿ ਵਿਆਹ ਤੋਂ ਮਗਰੋਂ ਉਹ ਮਾਪਿਆਂ ਨੂੰ ਆਪਣੇ ਕੋਲ ਰੱਖ ਸਕੇ। ਅਜੋਕੇ ਯੁੱਗ ਵਿੱਚ ਕੰਮ ਦਿਲਚਸਪੀ ਨਾਲ ਨਹੀਂ, ਮਜਬੂਰੀ ਵਸ ਕੀਤਾ ਜਾਂਦਾ ਹੈ। ਹੁਣ ਮਨੁੱਖ ਨੂੰ ਖਾਣ ਪੀਣ ਅਤੇ ਸੰਭੋਗ ਸਮੇਂ ਹੀ ਆਪਣੇ ਮਨੁੱਖ ਹੋਣ ਦਾ ਅਹਿਸਾਸ ਹੁੰਦਾ ਹੈ, ਜਦੋਂ ਕਿ ਬਾਕੀ ਕੰਮ ਕਰਦਿਆਂ ਉਹ ਆਪਣੇ ਆਪ ਨੂੰ ਪਸ਼ੂ ਜਾਂ ਮਸ਼ੀਨ ਹੀ ਸਮਝਦਾ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਖਾਣ ਪੀਣ ਅਤੇ ਸੰਭੋਗ ਆਦਿ ਪਸ਼ੂਆਂ ਵਾਲੇ ਕੰਮਾਂ ਵਿੱਚ ਉਸ ਨੂੰ ਆਪਣੇ ਮਨੁੱਖ ਹੋਣ ਦਾ ਅਹਿਸਾਸ ਹੁੰਦਾ ਹੈ, ਜਦੋਂ ਕਿ ਮਨੁੱਖੀ ਕਿਰਤ ਕਰਦਿਆਂ ਉਹ ਆਪਣੇ ਆਪ ਨੂੰ ਪਸ਼ੂ ਸਮਝਦਾ ਹੈ। ਬੇਗਾਨਗੀ ਵਾਲੀ ਕਿਰਤ ਮਨੁੱਖ ਨੂੰ ਸਰੀਰ ਤੋਂ ਅੱਗੇ ਸੋਚਣ ਹੀ ਨਹੀਂ ਦਿੰਦੀ। ਧਨ ਪ੍ਰਾਪਤੀ ਲਈ ਅੰਨੀ ਦੌੜ ਨਾ ਮਨੁੱਖ ਨੂੰ ਜੀਣ ਦਿੰਦੀ ਹੈ ਅਤੇ ਨਾ ਉਸ ਨੂੰ ਮਰਨ ਦਿੰਦੀ ਹੈ। ਇਸੇ ਕਰਕੇ ਰਿਸ਼ਤਿਆਂ ਤੋਂ ਉਪਰਾਮ ਲੋਕਾਂ ਵਿੱਚ ਆਤਮਘਾਤ, ਮਰਨ ਦਾ ਹਰਮਨ ਪਿਆਰਾ ਢੰਗ ਬਣਦਾ ਜਾ ਰਿਹਾ ਹੈ। ਵੱਧਦੀ ਹਿੰਸਾ, ਲੁੱਟਾਂ ਖੋਹਾਂ, ਅੰਦੋਲਨ, ਲਾਟਰੀਆਂ, ਨਸ਼ੇ, ਲੜਾਈਆਂ ਝਗੜੇ, ਮੁਕੱਦਮੇ, ਵੱਧਦੀ ਬੇਗਾਨਗੀ ਅਤੇ ਉਪਰਾਮਤਾ ਦੀਆਂ ਅਲਾਮਤਾਂ ਹਨ। ਲੋਕਾਂ ਦੀ ਆਮਦਨ ਵੱਧ ਰਹੀ ਹੈ, ਪਰ ਵਿਹਾਰ ਦੇ ਪੱਖੋਂ ਉਹ ਗਰੀਬ ਹੁੰਦੇ ਜਾ ਰਹੇ ਹਨ। ਸੈਰ ਸਪਾਟਾ ਵੱਧ ਰਿਹਾ ਹੈ, ਪਰ ਤਸੱਲੀ ਗੁਆਚਦੀ ਜਾ ਰਹੀ ਹੈ। ਨਵੀਆਂ ਚੀਜ਼ਾਂ, ਵਸਤਾਂ, ਸੁੰਦਰਤਾ, ਮੁਕਾਬਲੇ ਅਤੇ ਫੈਸ਼ਨ ਆਦਿ ਇਸਤਰੀਆਂ ਵਿੱਚ ਸਾੜੇ ਅਤੇ ਈਰਖਾ ਦੀ ਭਾਵਨਾ ਨੂੰ ਵਧਾ ਰਹੇ ਹਨ। ਮਨੁੱਖੀ ਯਤਨ ਦੀਆਂ ਸਿਰਜੀਆਂ ਵਸਤਾਂ ਮਨੁੱਖੀ ਦਿਮਾਗ ਉੱਤੇ ਹੀ ਹਾਵੀ ਹੋ ਗਈਆਂ ਹਨ। ਮਨੁੱਖ ਵਿੱਚ ਆਪਣੇ ਆਪ ਨੂੰ ਦੂਜਿਆਂ ਦੀਆਂ ਨਜ਼ਰਾਂ ਵਿੱਚ ਤਲਾਸ਼ਣ ਦੀ ਇੱਛਾ ਉਸ ਨੂੰ ਭਟਕਣ ਦੇ ਰਾਹ ਪਾ ਰਹੀ ਹੈ। ਮਨੁੱਖ ਜਿਨ੍ਹਾਂ ਲੋਕਾਂ ਦੀ ਨਿੰਦਾ ਕਰਦਾ ਹੈ, ਉਹਨਾਂ ਤੋਂ ਹੀ ਮਾਨਤਾ ਪ੍ਰਾਪਤ ਵੀ ਕਰਨੀ ਚਾਹੁੰਦਾ ਹੈ। ਸਾਹਿਤਕਾਰ ਵੀ ਜਿਸ ਸਮਾਜ ਨੂੰ ਭੰਡਦੇ ਹਨ, ਉਸੇ ਸਮਾਜ ਵਿੱਚ ਪ੍ਰਵਾਨਗੀ ਲਈ ਤਰਲੇ ਲੈਂਦੇ ਹਨ। ਅਜੋਕੇ ਮਨੁੱਖ ਦੀ ਆਜ਼ਾਦੀ ਜੇਲ੍ਹ ਦੇ ਡਰ ਨਾਲ ਗਰਸੀ ਹੋਈ ਹੈ। ਜੋ ਉਹ ਸੋਚਦਾ ਹੈ ਉਹ ਪ੍ਰਗਟਾ ਨਹੀਂ ਸਕਦਾ ਅਤੇ ਜੋ ਉਹ ਕਰਦਾ ਹੈ ਉਹ ਦੱਸਣਾ ਨਹੀਂ ਚਾਹੁੰਦਾ। ਆਪਣੇ ਬੇਗਾਨੇ ਹੋਣ ਦੇ ਅਹਿਸਾਸ ਵਿੱਚੋਂ ਅਤੇ ਦੂਜਿਆਂ ਵੱਲੋਂ ਤਿਆਗੇ ਜਾਣ ਦੇ ਡਰ ਵਿੱਚੋਂ ਹੀ ਜਾਇਦਾਦ ਪ੍ਰਤੀ ਮੋਹ ਜਾਗਦਾ ਹੈ। ਜਦੋਂ ਸਾਡੀ ਮਨੁੱਖਾਂ ਵਿੱਚ ਦਿਲਚਸਪੀ ਘਟ ਜਾਂਦੀ ਹੈ ਤਾਂ ਅਸੀਂ ਵਸਤਾਂ ਵਿੱਚੋਂ ਤਸੱਲੀ ਭਾਲਦੇ ਹਾਂ। ਜਦੋਂ ਸਾਡੇ ਜਜ਼ਬੇ ਠੰਡੇ ਪੈ ਜਾਂਦੇ ਹਨ ਤਾਂ ਅਸੀਂ ਰਿਸ਼ਤਿਆਂ ਵਿਚਲੇ ਨਫੇ ਨੁਕਸਾਨ ਦੀਆਂ ਜਮ੍ਹਾਂ ਤਕਸੀਮਾਂ ਵਿੱਚ ਰੁੱਝ ਜਾਂਦੇ ਹਾਂ। ਬੇਗਾਨਗੀ ਦੇ ਅਹਿਸਾਸ ਕਾਰਨ ਦੂਜਿਆਂ ਦੀਆਂ ਘਾਟਾਂ ਸਹਿਣ ਦੀ ਅਮੀਰੀ ਦਾ ਲੋਪ ਹੋਣਾ ਸੁਭਾਵਿਕ ਹੁੰਦਾ ਹੈ। ਹੁਣ ਅਸੀਂ ਸੰਸਾਰ ਦਾ ਭਲਾ ਸੋਚਣ ਦੀ ਥਾਂ ਆਪਣਾ ਢੋਲ ਵਜਾਉਣ ਵਿੱਚ ਮਗਨ ਹਾਂ। ਸਾਡੇ ਸਾਰਿਆਂ ਅੰਦਰ ਇੱਕ ਕਾਹਲ ਪਸਰ ਗਈ ਹੈ। ਹੁਣ ਤਾਂ ਜੀਵਨ ਵਿੱਚ ਕਾਹਲ ਇਤਨੀ ਵੱਧ ਗਈ ਹੈ ਕਿ ਲਾੜੇ ਸਿਹਰਾ ਵੀ ਚੱਲਦਿਆਂ ਚੱਲਦਿਆਂ ਬੰਨ੍ਹਦੇ ਹਨ। ਅਜੋਕੇ ਮਨੁੱਖ ਦੀ ਹਉਮੈ ਵੀ ਸੁੰਗੜ ਗਈ ਹੈ। ਉਸ ਦਾ ਕੁਝ ਵੀ ਖੁੱਲ੍ਹਾ ਖੁਲਾਸਾ ਨਹੀਂ। ਉਹ ਜ਼ਿੰਦਗੀ ਵੱਲ ਦਰਵਾਜ਼ਾ ਢੋ ਕੇ ਬੈਠਾ ਹੋਇਆ ਹੈ। ਉਂਝ ਤਾਂ ਇਸ਼ਕ ਦੀ ਖੇਡ ਲਾਪਰਵਾਹੀ ਨਾਲ ਨਹੀਂ ਖੇਡੀ ਜਾ ਸਕਦੀ, ਪਰ ਇਸ ਖੇਤਰ ਵਿੱਚ ਵਾਪਰ ਰਹੀ ਲਾਪਰਵਾਹੀ ਮਨੁੱਖ ਨੂੰ ਭਾਵਕ ਪੱਖੋਂ ਗਰੀਬ ਹੀ ਨਹੀਂ, ਕੰਗਾਲ ਵੀ ਕਰ ਰਹੀ ਹੈ। ਬੇਗਾਨਗੀ ਦਾ ਅਹਿਸਾਸ ਸਾਡੇ ਘਰਾਂ ਵਿੱਚ, ਸਾਡੇ ਰਿਸ਼ਤਿਆਂ ਵਿੱਚ, ਸਾਡੇ ਬੋਲ ਬੁਲਾਰੇ ਅਤੇ ਸਾਡੇ ਸਮੁੱਚੇ ਵਿਹਾਰ ਵਿੱਚ ਪ੍ਰਵੇਸ਼ ਕਰ ਜਾਣ ਕਾਰਨ ਸਾਡੇ ਵਿੱਚ ਕੋਈ ਵੀ ਸੁਖਾਵਾਂ ਰਿਸ਼ਤਾ ਉਸਾਰਨ ਦੀ ਸੰਭਾਵਨਾ ਸੁੰਗੜਦੀ ਜਾ ਰਹੀ ਹੈ। ਜਦੋਂ ਤੱਕ ਮਨੁੱਖ ਨੂੰ ਆਪਣੇ ਅਧੂਰੇਪਣ ਦੀ ਸੋਝੀ ਨਾ ਹੋਵੇ, ਉਦੋਂ ਤੱਕ ਮਨੁੱਖ ਵਿੱਚ ਨਾ ਗਿਆਨ ਪ੍ਰਾਪਤੀ ਦੀ ਇੱਛਾ ਜਾਗਦੀ ਹੈ, ਨਾ ਦੂਜਿਆਂ ਪ੍ਰਤੀ ਸਤਿਕਾਰ ਉੱਠਦਾ ਹੈ ਅਤੇ ਨਾ ਦੂਜਿਆਂ ਦੇ ਸਹਿਯੋਗ ਪ੍ਰਤੀ ਧੰਨਵਾਦ ਪ੍ਰਗਟਾਇਆ ਜਾਂਦਾ ਹੈ। ਉਪਰਾਮਤਾ ਦਾ ਵਿਅੰਗ ਇਹ ਹੈ ਕਿ ਹਰ ਕਿਸੇ ਨੂੰ ਕੇਵਲ ਆਪਣਾ ਆਪ ਪੂਰਾ ਅਤੇ ਦੂਜਾ ਹਰ ਕੋਈ ਅਧੂਰਾ ਪ੍ਰਤੀਤ ਹੁੰਦਾ ਹੈ।
ਹਰ ਕੋਈ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਜੋ ਕੁਝ ਵੀ ਜਾਣਨ ਯੋਗ ਹੈ ਉਹ ਉਸਨੇ ਜਾਣ ਲਿਆ ਹੈ। ਮਨੁੱਖ ਹਰ ਖੇਤਰ ਵਿੱਚ ਆਪ ਹੁਦਰਾ ਹੋਣ ਦਾ ਯਤਨ ਕਰ ਰਿਹਾ ਹੈ। ਇਸ ਯਤਨ ਵਿੱਚ ਉਹ ਹੋਰ ਇਕੱਲਾ ਹੋ ਜਾਵੇਗਾ। ਵੇਖਿਆ ਗਿਆ ਹੈ ਕਿ ਕਿਸੇ ਨੂੰ ਜੋ ਕੁਝ ਵੀ ਮਿਲਦਾ ਹੈ ਉਹ ਉਸ ਦੀ ਯੋਗਤਾ ਸਮਰੱਥਾ ਨਾਲੋਂ ਸਦਾ ਵਧੇਰੇ ਹੁੰਦਾ ਹੈ, ਪਰ ਅਸੀਂ ਨਿਰੰਤਰ ਮੁਕਾਬਲੇ ਦੀ ਸਥਿਤੀ ਵਿੱਚ ਵਿਚਰਨ ਕਾਰਨ ਜਿਉਂ-ਜਿਉਂ ਉੱਪਰ ਉੱਠਦੇ ਹਾਂ ਤਿਉਂ-ਤਿਉਂ ਵਧੇਰੇ ਉਪਰਾਮ, ਉਦਾਸ, ਮਾਯੂਸ ਅਤੇ ਅਸੰਤੁਸ਼ਟ ਹੁੰਦੇ ਜਾਂਦੇ ਹਾਂ। ਜਿਵੇਂ ਮਿਰਗੀ ਦੇ ਮਰੀਜ਼ ਕੁੰਡਲੀ ਮਿਲਣ 'ਤੇ ਵੀ ਵਿਆਹ ਤੋਂ ਡਰਦੇ ਰਹਿੰਦੇ ਹਨ, ਉਵੇਂ ਹੀ ਅਸੀਂ ਬੇਗਾਨਗੀ ਦੇ ਅਹਿਸਾਸ ਕਾਰਨ ਆਪਣੀਆਂ ਸਫਲਤਾਵਾਂ ਤੋਂ ਆਤਮ ਵਿਸ਼ਵਾਸ ਪ੍ਰਾਪਤ ਕਰਨ ਦੀ ਥਾਂ ਧੜੇਬੰਦੀਆਂ ਪਾਲਣ ਕਾਰਨ ਆਪਣੀ ਅਯੋਗਤਾ ਦੇ ਵਧੇਰੇ ਪ੍ਰਮਾਣ ਦੇਣ ਲੱਗ ਪੈਂਦੇ ਹਾਂ ਅਤੇ ਇਕੱਲੇ ਰਹਿ ਜਾਂਦੇ ਹਾਂ। ਸਫਲਤਾ ਦੀਆਂ ਆਪਣੀਆਂ ਸਜ਼ਾਵਾਂ ਹੁੰਦੀਆਂ ਹਨ। ਸਫਲ ਹੋ ਕੇ ਸਾਨੂੰ ਵਧੇਰੇ ਮਿਹਨਤ ਕਰਨ ਦੀ ਲੋੜ ਪਵੇਗੀ, ਇਕੱਲਿਆਂ ਵਿਚਰਨਾ ਪਵੇਗਾ। ਕੀ ਬੇਗਾਨਗੀ ਦੇ ਸੰਤਾਪ ਤੋਂ ਬਚਣ ਦਾ ਕੋਈ ਢੰਗ ਰਾਹ ਹੈ? ਨਿਰਸੰਦੇਹ ਸਥਿਤੀ ਬੜੀ ਚਿੰਤਾਜਨਕ ਅਤੇ ਕਠਿਨ ਹੈ, ਕਿਉਂਕਿ ਬੇਗਾਨਗੀ ਦਾ ਵਾਤਾਵਰਣ ਨਿਤ ਦਿਨ ਸੰਘਣਾ ਹੁੰਦਾ ਜਾ ਰਿਹਾ ਹੈ। ਸਾਡੇ ਸਾਰਿਆਂ ਅੰਦਰ ਇੱਕ ਹੋਰ ਮਨੁੱਖ ਹਾਜ਼ਰ ਹੈ ਜਿਹੜਾ ਸਾਡੇ ਨਾਲ ਨਾਰਾਜ਼ ਹੈ। ਵੇਖਿਆ ਗਿਆ ਹੈ ਕਿ ਅਕਸਰ ਹਰ ਮਨੁੱਖ ਦੁੱਖ ਅਤੇ ਨੁਕਸਾਨ ਸਹਿਣ ਮਗਰੋਂ ਗਿਆਨਵਾਨ ਅਤੇ ਨਿਮਰ ਹੋ ਜਾਂਦਾ ਹੈ। ਆਪਣੇ ਕੰਮ ਵਿੱਚ ਜੁਟ ਜਾਣ ਨਾਲ ਅਤੇ ਆਪਣੇ ਆਪ ਪ੍ਰਤੀ ਸੁਹਿਰਦ ਅਤੇ ਇਮਾਨਦਾਰੀ ਹੋਣ ਨਾਲ ਅਸੀਂ ਬੇਗਾਨਗੀ ਦੇ ਅਹਿਸਾਸ ਨੂੰ ਮੋੜਾ ਦੇ ਸਕਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਨਾਲੋਂ ਮਨੁੱਖਤਾ ਵੱਡੀ ਹੈ ਅਤੇ ਸਾਡੇ ਨਾਲੋਂ ਸਮਾਜ ਅਤੇ ਸਾਡੇ ਘਰ ਨਾਲੋਂ ਸੰਸਾਰ ਵੱਡਾ ਹੈ। ਕਦੇ-ਕਦੇ ਕੁਝ ਗਵਾਉਣਾ ਵੀ ਬੇਗਾਨੇਪਣ ਦਾ ਇਲਾਜ ਹੋ ਨਿਬੜਦਾ ਹੈ। ਸਾਡੇ ਵਿੱਚ ਜ਼ਿੰਦਗੀ ਦਾ ਭਰੋਸਾ ਹੋਣਾ ਚਾਹੀਦਾ ਹੈ। ਵੇਖਿਆ ਗਿਆ ਹੈ ਕਿ ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ ਉਹ ਜਿਹੀ ਸਾਡੀ ਸਰੀਰਕ ਸਥਿਤੀ ਹੋ ਨਿਬੜਦੀ ਹੈ। ਪਿਆਰ ਕਰਨਾ ਅਤੇ ਕਿਸੇ ਦੇ ਪਿਆਰ ਦੇ ਯੋਗ ਹੋਣਾ ਸੂਰਜ ਨੂੰ ਦੋਹਾਂ ਪਾਸਿਆਂ ਤੋਂ ਮਹਿਸੂਸ ਕਰਨ ਵਾਂਗ ਹੁੰਦਾ ਹੈ। ਮੇਰਾ ਪੂਰਾ ਵਿਸ਼ਵਾਸ ਹੈ ਕਿ ਬੇਗਾਨਗੀ ਦੀ ਇੰਤਹਾ 'ਤੇ ਵੀ, ਅੰਤਾਂ ਦੇ ਅੰਧਕਾਰ ਵਿੱਚ ਵੀ ਕੁਝ ਸਿਦਕੀ ਯੁੱਗ ਨੂੰ ਟਿਮਟਮਾਉਂਦੇ ਰਹਿਣਗੇ। ਚਾਨਣ ਦੀਆਂ ਮੀਨਾਰ ਸ਼ਖਸੀਅਤਾਂ ਤੋਂ ਆਸ ਦੇ ਲਿਸ਼ਕਾਰੇ ਪੈਂਦੇ ਰਹਿਣਗੇ ਅਤੇ ਮਾਨਵ ਜਾਤੀ ਦੇ ਦਰਦ ਨੂੰ ਵੰਡਣ ਵਾਲੇ ਰੂਹਾਨੀ ਰੰਗਾਂ ਵਿੱਚ ਮਸਤ ਦਿਲ ਧੜਕਣਾਂ ਦੇ ਮੇਲੇ ਰਚਾਉਂਦੇ ਰਹਿਣਗੇ। ਕੋਈ ਵੀ ਸੰਕਟ, ਭਾਵੇਂ ਉਹ ਕਿਤਨਾ ਵੀ ਵੱਡਾ ਹੋਵੇ, ਉਹ ਮਾਨਵ ਜਾਤੀ ਦੇ ਵਿਕਾਸ ਨੂੰ ਨਾ ਰੋਕ ਸਕਿਆ ਹੈ ਤੇ ਨਾ ਕਦੇ ਰੋਕ ਸਕੇਗਾ। ਜਦੋਂ ਮਨੁੱਖ ਦੀ ਆਵਾਜ਼ ਬੇਗਾਨਗੀ ਦੀ ਥਕਾਵਟ ਤੋਂ ਮੁਕਤ ਹੋ ਜਾਵੇਗੀ, ਜਦੋਂ ਉਸ ਦੇ ਬੋਲਾਂ ਵਿੱਚ ਜ਼ਿੰਦਗੀ ਦਾ ਭਰੋਸਾ ਗੂੰਜੇਗਾ, ਜਦੋਂ ਉਸ ਦੇ ਵਿਹਾਰ ਵਿੱਚੋਂ ਜੀਵਨ ਦੀ ਤਾਂਘ ਲਿਸ਼ਕਾ ਮਾਰੇਗੀ, ਜਦੋਂ ਉਸ ਦੀ ਨਜ਼ਰ ਆਪਣੇ ਘਰ ਦੇ ਬਨੇਰਿਆਂ ਤੋਂ ਪਾਰ ਦੂਰ ਤੱਕ ਵੇਖਣ ਦੀ ਸਮਰੱਥ ਹੋਵੇਗੀ, ਉਦੋਂ ਉਹ ਆਪਣੇ ਨਵੇਂ ਅਨੁਭਵਾਂ ਦੀ ਲੰਮੀ ਯਾਤਰਾ 'ਤੇ ਨਿਕਲੇਗਾ, ਦੂਜਿਆਂ ਨੂੰ ਰਾਹ ਵੀ ਵਿਖਾਵੇਗਾ ਅਤੇ ਤੁਰਨ ਦੀ ਹਿੰਮਤ ਵੀ ਦੇਵੇਗਾ। ਉਦੋਂ ਉਸ ਦੀ ਤੱਕਣੀ ਵਿੱਚ ਸਹਿਯੋਗੀ ਖੁੱਲ੍ਹ ਹੋਵੇਗੀ ਅਤੇ ਉਸ ਦੇ ਵਿਚਾਰਾਂ ਵਿੱਚ ਨਵੇਂ ਵਿਚਾਰਾਂ ਦੇ ਆਉਣ ਲਈ ਥਾਂ ਹੋਵੇਗੀ ਅਤੇ ਉਸ ਦੇ ਹੱਥ ਆਪ ਮੁਹਾਰੇ ਅਰਦਾਸ ਵਿੱਚ ਜਦੋਂ ਜੁੜਨਗੇ ਤਾਂ ਉਸ ਦੇ ਸ਼ਾਂਤ ਬੁੱਲ੍ਹਾਂ ਵਿੱਚੋਂ ਆਵਾਜ਼ ਆਵੇਗੀ, ਰੱਬ ਜੀ, ਮੈਨੂੰ ਅੰਦਰੋਂ ਸੁੰਦਰ ਬਣਾਓ, ਮੈਨੂੰ ਆਪਣੇ ਨੂਰ ਨਾਲ ਭਰ ਦਿਓ, ਮੈਨੂੰ ਸਭ ਦੇ ਭਲੇ ਲਈ ਸੋਚਣ ਦੀ ਜਾਚ ਸਿਖਾਓ, ਮੈਨੂੰ ਸ਼ਮਸ਼ਾਨਾਂ ਦੀ ਥਾਂ ਜ਼ਿੰਦਗੀ ਦੇ ਮੇਲਿਆਂ ਦਾ ਵਰਦਾਨ ਦਿਓ। ਸੋ ਦੋਸਤੋ, ਇਸ ਦੇ ਨਾਲ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।